ਸਾਡੀ ਇਹ ਵਾਲੀ ਐਸੋਸੀਏਸ਼ਨ ਦੀ ਆਪਣੀ ਪਰਚੀ ਹੈ, ਉੱਥੇ ਆਪਾਂ ਸਿਰਫ ਇੱਕ ਚੰਗੀ ਤਰ੍ਹਾਂ ਸਿਰਫ ਇਹ ਲਿਖਿਆ ਕਿ ਸਾਡੀ ਕੀ ਡਿਮਾਂਡਸ ਹੈ ਤੇ ਆਪਾਂ ਬਿਲਕੁਲ ਕੋਈ ਕਿਸੇ ਤੋਂ ਕੋਈ ਫੀਸ ਨਹੀਂ ਲੈ ਰਹੇ। ਸਾਥ ਦੀ ਅਪੀਲ ਕਰ ਰਹੇ ਹੋ ਤੁਸੀਂ ਔਰ ਇਹਨਾਂ ਨੂੰ ਫੈਸਿਲਿਟੀ ਫ੍ਰੀ ਚ ਦੇ ਰਹੇ ਤਾਂ ਕਿ ਲੋਕਾਂ ਨੂੰ ਵੀ ਇਹ ਨਾ ਲੱਗੇ ਕਿ ਉਹਨਾਂ ਦਾ ਆਪਾਂ ਨੁਕਸਾਨ ਕਰ ਰਹੇ ਹਾਂ ਸਰ। ਅਗਰ ਐਕਸੀਡੈਂਟਲ ਕੇਸ ਆ ਰਿਹਾ ਕੋਈ, ਉਹਨੂੰ ਦੇਖ ਰਹੇ ਹੋ ਕਿ ਨਹੀਂ? ਉਹ ਦੇਖ ਰਹੇ ਹਾਂ, ਉਹ ਜਿਹੜੀ ਐਮਰਜੈਂਸੀ ਆ ਰਹੀ ਉਹਨੂੰ ਅਟੈਂਡ ਕਰ ਰਹੇ ਹਾਂ। ਬਾਕੀ ਅਸੀਂ ਵਾਰਨਿੰਗ ਦਿੱਤੀ ਹੋਈ ਹੈ, ਜੇ ਅਗਲੇ ਨੈਕਸਟ ਵੀਕ ਤੱਕ ਸਾਡੀਆਂ ਨਹੀਂ ਮੰਗਾਂ ਮੰਨੀਆਂ ਗਈਆਂ ਤਾਂ ਹੋ ਸਕਦਾ ਇਸ ਚੀਜ਼ ਨੂੰ ਤਾਂ ਥੋੜਾ ਪੁਆਇੰਟ ਆਊਟ ਕਰਾਂ ਕਿਉਂਕਿ ਮੇਰੇ ਸੁਣਨ 'ਚ ਹੈ ਕਿ ਡਾਕਟਰਸ ਨੇ ਆਪ ਪੈਸੇ ਪਾ ਕੇ ਦਵਾਈਆਂ ਇੱਥੇ ਰੱਖੀਆਂ ਨੇ, ਇਸ ਕਰਕੇ ਇਹਨਾਂ ਨੂੰ ਉਹ ਵੀ ਕਿੰਤੂ ਪਰੰਤੂ ਕਰਦੇ ਚੰਗੇ ਲੱਗਦੇ ਕਿਉਂਕਿ ਦਵਾਈਆਂ ਇਹ ਆਪ पैसे पा के ਇੱਥੇ ਲੈ ਕੇ ਆਏ हैं। मैं आया हूँ तो सर लोग यहाँ पे प्रोटेस्ट तो चल रहा है, लेकिन प्रोटेस्ट चलते हुए भी सर लोग जो भी यहाँ पे पेशेंट वगैरह आ रहे हैं उनका प्रॉपर केयरिंग कर रहे हैं, प्रॉपर ट्रीटमेंट हो रहा है और उनको मेडिसिन भी उपलब्ध किया जा रहा है। तो ये एक अच्छा तरीका है, मतलब ਪਾਵਾ ਸਾਹਿਬ ਸਾਡੇ ਨਾਲ ਨੇ। ਹੁਣੇ ਤੁਸੀਂ ਦੇਖਿਆ ਕਿ ਬੱਚੇ ਨੂੰ ਵੀ ਚੈੱਕਆਊਟ ਕਰ ਰਹੇ ਸੀ। ਸਰ ਇਹ ਕਿੰਨੀ ਕੁ ਮੁਸ਼ਕਿਲ ਆ ਰਹੀ ਹੈ ਕਿਉਂਕਿ ਬਾਹਰ ਬੱਚੇ ਬੜੇ ਸੈਂਸਿਟਿਵ ਹੁੰਦੇ ਨੇ, ਤੁਹਾਨੂੰ ਮਜਬੂਰਨ ਇੱਥੇ ਚੈੱਕ ਕਰਨਾ ਪੈ ਰਿਹਾ। ਹਾਲਾਂਕਿ ਉਸ ਚੀਜ਼ ਦੀ ਸ਼ਲਾਘਾ ਕਰ ਰਹੇ ਤੁਸੀਂ ਬਾਹਰ ਬੈਠ ਕੇ ਵੀ ਹੜਤਾਲ ਤੇ ਬੈਠ ਕੇ ਬੱਚਿਆਂ ਨੂੰ ਚੈੱਕਆਊਟ ਕਰ ਰਹੇ ਹੋ, ਪਰ ਫਿਰ ਵੀ ਇਹ ਮੁਸ਼ਕਿਲ ਕਿੰਨੀ ਆ ਰਹੀ? ਸਰ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਧੰਨਵਾਦੀ ਕਰਦਾ ਸਰ, ਧੰਨਵਾਦੀ ਹਾਂ ਕਿ ਤੁਸੀਂ ਸਰ ਹਮੇਸ਼ਾ ਆ ਕੇ ਸਾਡੀਆਂ ਜਿਹੜੀਆਂ ਗੱਲਾਂ ਸੁਣਦੇ ਹੋ ਅਤੇ ਸਾਨੂੰ ਸਹੀ ਲੋਕਾਂ ਨੂੰ ਗਾਈਡ ਕਰਦੇ ਹੋ, ਹਰ ਚੀਜ਼ ਦੱਸਦੇ ਹੋ ਕਿ ਆਪਾਂ ਕਿੱਥੇ ਖੜ੍ਹੇ ਹਾਂ ਇਸ ਟਾਈਮ, ਸਾਡੀ ਸਰਕਾਰ ਕਿੱਥੇ ਹੈ, ਜਿਹਦੀ ਵੀ ਗਲਤੀ ਉਹ ਪੁਆਇੰਟ ਆਊਟ ਕਰਕੇ ਲੋਕਾਂ ਤੱਕ ਉਹ ਸਾਰੀਆਂ ਚੀਜ਼ਾਂ ਪਹੁੰਚਾਉਂਦੇ ਹੋ। ਨਾਲੇ ਦੂਜੀ ਗੱਲ ਸਰ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਲੋਕਾਂ ਨੂੰ ਵੀ ਪਰੇਸ਼ਾਨੀ ਆ ਰਹੀ ਹੈ, ਥੋੜ੍ਹੀ ਬਹੁਤ ਸਾਨੂੰ ਵੀ ਪਰੇਸ਼ਾਨੀ ਆ ਰਹੀ ਹੈ। ਪਹਿਲਾਂ ਵੀ ਤੁਸੀਂ ਦੋ ਤਿੰਨ ਦਿਨ ਹੋ ਗਏ ਸੀ ਤੁਹਾਨੂੰ ਪੂਰਾ ਤੁਸੀਂ ਸਾਨੂੰ ਦੱਸਦੇ ਪਏ ਸੀਗੇ ਕਿ ਲੋਕਾਂ ਨੂੰ ਕਿੰਨੀਆਂ ਪਰੇਸ਼ਾਨੀਆਂ ਆ ਰਹੀਆਂ। ਤੁਹਾਡਾ ਬਲੌਗ ਵੀ ਮੈਂ ਦੇਖਦਾ, ਉੱਥੇ ਵੀ ਲੋਕ ਪੁੱਛਦੇ ਸੀ ਕਿ ਕਦ ਸ਼ੁਰੂ ਹੋਣੀ ਹੈ OPD ਸਰਵਿਸਿਜ਼। ਤਾਂ ਸਭ ਤੋਂ ਵੱਡੀ ਮੇਨ ਪ੍ਰੋਬਲਮ ਗੱਲ ਇਹੀ ਹੈ ਕਿ ਲੋਕ ਜਿਹੜੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ। ਪਰੇਸ਼ਾਨ ਹੋਣ ਦੀ ਵਜ੍ਹਾ ਦੇ ਨਾਲ ਕੀ ਹੈ ਕਿ ਉਹਨਾਂ ਨੂੰ 300 ਤੋਂ 400 ਦੀ OPD ਜਿਹੜੀ ਹੈ ਉਹ ਰੋਜ਼ ਲੋਕ ਜਿਹੜੇ ਜਾਂਦੇ, ਇਸ ਕਰਕੇ ਨਿਰਾਸ਼ ਹੋ ਕੇ ਜਾਂਦੇ ਸੀ। ਇਸ ਕਰਕੇ ਸਾਨੂੰ ਵੀ ਪ੍ਰੋਬਲਮ ਸੀ, ਸਾਨੂੰ ਵੀ ਇਹ ਹੁੰਦਾ ਸੀਗਾ ਕਿ ਮਤਲਬ ਅੰਦਰ ਇੱਕ ਮੋਰਲ ਹੁੰਦਾ ਹੈ ਕਿ ਜਿਹੜੇ ਲੋਕ ਆਉਂਦੇ ਉਹ ਇਹਦਾ ਨਾ ਜਾਣ। ਤਾਂ ਹੁਣ ਇੱਥੇ ਆਪਾਂ ਜਿਹੜੀ ਹੁਣ ਸ਼ੁਰੂ ਕੀਤੀ ਹੈ ਸਰਵਿਸਿਜ਼ ਉਹ ਇਹ ਹੈ ਕਿ ਬਿਲਕੁਲ ਫ੍ਰੀ ਹੈ। ਜਿਹੜੀ ਇੱਥੇ 10 ਰੁਪਏ ਪਰਚੀ ਫੀਸ ਹੁੰਦੀ ਸੀ ਉਹ ਵੀ ਨਹੀਂ ਹੈ। ਸਾਡੀ ਇਹ ਵਾਲੀ ਐਸੋਸੀਏਸ਼ਨ ਦੀ ਆਪਣੀ ਪਰਚੀ ਹੈ, ਉੱਥੇ ਆਪਾਂ ਸਿਰਫ ਇੱਕ ਚੰਗੀ ਤਰ੍ਹਾਂ ਸਿਰਫ ਇਹ ਲਿਖਿਆ ਕਿ ਸਾਡੀ ਕੀ ਡਿਮਾਂਡਸ ਹੈ ਤੇ ਆਪਾਂ ਬਿਲਕੁਲ ਕੋਈ ਕਿਸੇ ਤੋਂ ਕੋਈ ਫੀਸ ਨਹੀਂ ਲੈ ਰਹੇ। ਸਾਥ ਦੀ ਅਪੀਲ ਕਰ ਰਹੇ ਹੋ ਤੁਸੀਂ ਔਰ ਇਹਨਾਂ ਨੂੰ ਫੈਸਿਲਿਟੀ ਫ੍ਰੀ ਚ ਦੇ ਰਹੇ ਤਾਂ ਕਿ ਲੋਕਾਂ ਨੂੰ ਵੀ ਇਹ ਨਾ ਲੱਗੇ ਕਿ ਉਹਨਾਂ ਦਾ ਆਪਾਂ ਨੁਕਸਾਨ ਕਰ ਰਹੇ ਹਾਂ। ਸਾਨੂੰ ਉਹਨਾਂ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੈ, ਸਾਨੂੰ ਸਿਰਫ ਸਰਕਾਰ ਨਾਲ ਗਿਲੇ ਸ਼ਿਕਵੇ ਹੈ, ਸਾਨੂੰ ਉਹ ਪੂਰੇ ਕਰਨੇ। ਅਤੇ ਜਿਹੜੇ ਬੱਚੇ ਹੈ ਉਹ ਥੋੜ੍ਹੇ ਸੈਂਸਿਟਿਵ ਹੁੰਦੇ ਆ। ਬੱਚਿਆਂ ਦਾ ਸਭ ਤੋਂ ਵੱਡਾ ਪ੍ਰੋਬਲਮ ਹੁੰਦੀ ਹੈ ਕਿ ਉਹਨਾਂ ਨੂੰ ਹਾਈਪੋਥਰਮੀਆ ਹੋਣ ਦੇ ਚਾਂਸਿਸ ਹੁੰਦੇ, ਪ੍ਰੋਪਰ ਵਾਰਮਰ 'ਚ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਬੱਚਿਆਂ ਨੂੰ, ਪਰ ਇੱਥੇ ਬੱਚਿਆਂ ਦਾ ਵੀ ਨੁਕਸਾਨ ਹੁੰਦਾ। ਪਰ ਇਹ ਹੈ ਕਿ ਜਿਹੜੀ ਜ਼ਿਆਦਾ ਐਮਰਜੈਂਸੀ ਉਹ ਅਸੀਂ ਦੇਖਦੇ ਹਾਂ, ਬਾਕੀ ਐਮਰਜੈਂਸੀ ਜਿਹੜੀ ਹੁੰਦੀ ਆ ਆਪਾਂ ਉੱਥੇ SNCU ਦੇ ਵਿੱਚ ਉਹਨਾਂ ਨੂੰ ਕੋਪ ਅਪ ਕਰਦੇ ਹਾਂ। ਆਪਾਂ ਐਡਮਿਸ਼ਨ ਬੰਦ ਨਹੀਂ ਕੀਤੀਆਂ, ਐਡਮਿਸ਼ਨ ਫੋਟੋਥੈਰੇਪੀ ਵਗੈਰਾ ਉਹ ਸਾਰੀਆਂ ਚੱਲਦੀਆਂ ਪਈਆਂ। ਬਸ ਸਿਰਫ ਜਿਹੜੀ OPD ਹੈ ਉਹ ਜ਼ਰੂਰ ਇੱਥੇ ਦੇਖ ਰਹੇ ਹਾਂ ਜੋ ਸਾਨੂੰ ਉੱਥੇ ਦੇਖਣੀਆਂ ਚਾਹੀਦੀਆਂ। ਪਰ ਇਸ ਚੀਜ਼ ਦੀ ਸ਼ਲਾਘਾ ਬਣਦੀ ਹੈ ਸਰ, ਥੈਂਕਸ ਕਰਦੇ ਕਿਉਂਕਿ ਤੁਸੀਂ ਸਾਡੀ ਅਪੀਲ ਨੂੰ, ਆਮ ਜਨਤਾ ਦੀ ਅਪੀਲ ਨੂੰ ਸੁਣਿਆ ਔਰ OPD ਐਟਲੀਸਟ ਸ਼ੁਰੂ ਕੀਤੀ। ਬਿਲਕੁਲ ਸਰ, ਅਸੀਂ 3 ਦਿਨ ਇਸ ਤਰ੍ਹਾਂ ਹੀ OPD ਕਰਾਂਗੇ, ਚਾਹੇ ਕਮਰਿਆਂ 'ਚ AC ਲੱਗੇ ਹੋਣ ਤਾਂ ਵੀ ਆਪਾਂ ਇੱਥੇ ਬੈਠ ਕੇ ਫ੍ਰੀ ਪਰਚੀ ਤੇ ਆਪਾਂ ਆਪਣੀ ਮੈਡੀਸਿਨ ਦੇ ਕੇ ਦੇਵਾਂਗੇ, ਚਾਹੇ ਉਹ ਸਾਨੂੰ ਆਪਣੇ ਪੱਲਿਓਂ ਪਾਣੀ ਪਵੇ। ਆਪਾਂ ਇੱਕ ਐਸੋਸੀਏਸ਼ਨ ਦੀ ਪੂਰੀ ਉਹ ਯੂਨਿਟੀ ਬਣਾਈ ਹੋਈ ਹੈ, ਆਪਾਂ ਉਹਦੇ ਕੰਟਰੀਬਿਊਟ ਕਰਦੇ ਹਾਂ ਤੇ ਉਹ ਸਾਰੇ ਜਿਹੜੇ ਲੋਕਾਂ ਦੇ ਹਿੱਤ ਲੈ ਲਈਏ। ਕਿਉਂਕਿ 1000 ਰੁਪਏ ਨਾਲ ਨਾ ਅਸੀਂ ਗਰੀਬ ਹੋਣਾ ਹੈ ਨਾ ਉਹਨਾਂ ਨੇ ਅਮੀਰ ਹੋਣਾ ਹੈ। ਤਾਂ ਹੀ ਕਿਹਾ ਜਾਂਦਾ ਨਾ ਯੂਥ ਨੂੰ ਅੱਗੇ ਆਉਣਾ ਚਾਹੀਦਾ ਔਰ ਤੁਹਾਡੇ ਵਰਗੇ ਯੂਥ ਤੇ ਸਾਨੂੰ ਮਾਣ ਹੈ। ਬਹੁਤ ਸ਼ੁਕਰੀਆ ਸਰ। ਥੈਂਕ ਯੂ ਸਰ, ਥੈਂਕਸ ਅ ਲੋਟ। ਦੇਖੋ ਕਿੱਡੀ ਚੰਗੀ ਗੱਲ ਹੈ, ਕਹਿੰਦੇ ਅਸੀਂ ਕੋਲੋਂ ਪੈਸੇ ਪਾ ਦਿਆਂਗੇ ਔਰ ਸਰ ਇੱਧਰ ਦੇਖੋ ਤੁਸੀਂ ਨਾਲ ਦੀ ਨਾਲ ਚੈੱਕ ਵੀ ਕਰ ਰਹੇ ਨੇ। ਇਹਨਾਂ ਨੇ ਤਾਂ ਪਹਿਲਾਂ ਕੋਈ ਲੇਡੀ ਆਈ ਸੀ, ਉਹਨਾਂ ਨੇ ਆਪਣੇ ਆਈਸ ਦਿਖਾਈਆਂ, ਹੁਣ ਇਹਨਾਂ ਨੇ ਸਕਿਨ ਦੀ ਜਿਹੜੀ ਮੈਡੀਸਨ ਉਹਨਾਂ ਤੋਂ ਲਈ ਹੈ। ਤਾਂ ਇਹ ਬੜੀ ਚੰਗੀ ਗੱਲ ਲੱਗੀ ਹੈ ਕਿ ਬੇਸ਼ੱਕ ਪੇ ਕਮਿਸ਼ਨ ਲਈ ਇਹ ਲੜਾਈ ਲੜ ਰਹੇ ਨੇ, ਸੰਘਰਸ਼ ਕਰ ਰਹੇ ਨੇ, ਪਰ ਫਿਰ ਵੀ ਨਾਲ ਦੀ ਨਾਲ ਇੱਧਰ ਦੇਖੋ ਤੁਸੀਂ ਮੈਮ ਵੀ ਚੈੱਕ ਕਰ ਰਹੇ ਨੇ, ਤਸੱਲੀ ਬਖਸ਼ ਸੁਣਿਆ ਜਾ ਰਿਹਾ ਉਹਨਾਂ ਦੀ ਤਕਲੀਫ ਨੂੰ। 3 ਦਿਨ ਇੱਥੇ OPD ਚੱਲੇਗੀ, ਬੱਚਿਆਂ ਦੀ OPD ਹਾਲਾਂਕਿ ਉੱਧਰ ਬੈਠ ਕੇ ਚੈੱਕ ਕਰ ਰਹੇ ਨੇ, ਨੱਕ ਕੰਨ ਨੱਕ ਗਲੇ ਦੀ OPD ENT ਜਿਹਨੂੰ ਕਿਹਾ ਜਾਂਦਾ ਤਾਂ ਸਾਰਾ ਇਹ ਪ੍ਰੋਪਰ ਥਰਲੀ ਇੱਥੇ ਜਿਹੜਾ ਚੈੱਕਆਊਟ ਕਰ ਰਹੇ ਨੇ। ਇੱਧਰ ਵੀ ਤੁਸੀਂ ਦੇਖ ਲਓ ਪੁਰਾਣੀ ਪਰਚੀ ਜਿਹੜੀ ਹੈ ਉਹ ਵੀ ਦੇਖੀ ਜਾ ਰਹੀ ਹੈ, ਟ੍ਰੀਟਮੈਂਟ ਪ੍ਰੋਪਰ ਜਿਹੜੀ ਆਮ ਜਨਤਾ ਨੂੰ ਮਿਲ ਰਹੀ ਹੈ। ਕੱਲ੍ਹ ਅਸੀਂ ਸਵਾਲ ਚੱਕਿਆ ਸੀ ਤਾਂ ਇਹਨਾਂ ਨੇ ਕਿਹਾ ਕਿ ਤੁਹਾਡੇ ਸਵਾਲ ਨੂੰ ਤੇ ਗੌਰ ਕਰਦੇ ਹੋਏ ਗੰਭੀਰਤਾ ਨਾਲ ਵਿਚਾਰ ਕਰਦੇ ਹੋਏ ਅਸੀਂ ਇਹ ਫੈਸਲਾ ਲਿਆ ਕਿ OPD ਹੋਏਗੀ, ਜਿਹੜੇ ਆਮ ਜਨਤਾ ਨੂੰ ਦੇਖਿਆ ਜਾਏਗਾ, ਉਹਨਾਂ ਦੀ ਤਕਲੀਫਾਂ ਸੁਣੀਆਂ ਜਾਣਗੀਆਂ। ਕਿਉਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਡਾਕਟਰ ਅੱਧਾ ਰੱਬ ਇਸ ਕਰਕੇ ਵੀ ਹੈ ਕਿ ਜਦ ਪੇਸ਼ੈਂਟ ਡਾਕਟਰ ਕੋਲ ਆਪਣੇ ਆ ਕੇ ਆਪਣੇ ਦਿਲ ਦੇ ਭਾਵ ਦੱਸਦਾ, ਆਪਣੀ ਤਕਲੀਫ ਦੱਸਦਾ, ਅੱਧਾ ਦਰਦ ਤਾਂ ਉਹਦਾ ਵੈਸੇ ਹੀ ਗਾਇਬ ਹੋ ਜਾਂਦਾ। ਔਰ ਬੈਸਟ ਡਾਕਟਰ ਉਹੀ ਆ ਜਿਹੜਾ ਪੇਸ਼ੈਂਟ ਨੂੰ ਲੀਸਟ ਮੈਡੀਸਨ ਦੇਵੇ ਔਰ ਇਹ ਉਹਨਾਂ ਦੇ ਦਰਦ ਦੂਰ ਕਰ ਰਹੇ ਨੇ। ਮੈਂ ਤੇ ਸਰ ਉਹਨਾਂ ਨਾਲ ਗੱਲ ਕਰ ਰਹੇ ਨੇ ਕਿਉਂਕਿ ਸਰ ਉਹਨਾਂ ਦੇ ਵਿਚਾਰ ਵੀ ਬੜੇ ਚੰਗੇ ਹੁੰਦੇ ਨੇ। ਲਾਸਟ ਟਾਈਮ ਅਸੀਂ ਗੱਲ ਕੀਤੀ ਸੀ ਜੀ ਸਰ, ਆਮ ਪਬਲਿਕ ਤਾਂ ਦਿੱਕਤ ਪਰੇਸ਼ਾਨੀਆਂ ਆ ਹੀ ਰਹੀਆਂ ਨੇ,
ਤੁਸੀਂ ਉਹਨਾਂ ਦੀ ਦਿੱਕਤਾਂ ਦੂਰ ਕਰ ਰਹੇ ਹੋ। ਹੁਣ ਤੁਹਾਡੇ ਮਨ ਦੀ ਸਥਿਤੀ ਕੀ ਹੈ? ਕਿਉਂਕਿ 3 ਦਿਨ ਉਹਨਾਂ ਨੇ ਦੱਸਿਆ ਕਿ ਇੱਥੇ OPD ਇੱਦਾਂ ਹੀ ਚੱਲੇਗੀ, ਆਮ ਪਬਲਿਕ ਨੂੰ ਐਵੇਂ ਅਸੀਂ ਸੇਵਾਵਾਂ ਦਿੰਦੇ ਰਹਾਂਗੇ, ਫੈਸਿਲਿਟੀ ਦਿੰਦੇ ਰਹਾਂਗੇ। ਤਾਂ ਤੁਹਾਡੇ ਵਿਚਾਰ ਕੀ ਹਨ? ਅਸੀਂ ਅੱਜ ਪੈਰਲਲ OPD ਦੇ ਰਾਹੀਂ ਆਪਣੀ ਗੱਲਬਾਤ ਲੋਕਾਂ ਤੱਕ ਲੈ ਕੇ ਜਾਣ ਲਈ ਕਾਮਯਾਬ ਹੋਏ ਹਾਂ। ਅਸੀਂ ਲੋਕਾਂ ਨੂੰ ਆਪਣੀ ਗੱਲ ਦੱਸੀ ਆ, ਮਰੀਜ਼ਾਂ ਨੂੰ ਆਪਣੀ ਗੱਲ ਦੱਸੀ ਆ। 3 ਦਿਨਾਂ ਦੇ ਵਿੱਚ ਅਸੀਂ ਹੌਲੀ ਹੌਲੀ ਲੋਕਾਂ ਦੇ ਵਿੱਚ ਗੱਲ ਲੈ ਕੇ ਜਾਵਾਂਗੇ ਤੇ ਲੋਕ ਸਾਡੇ ਨਾਲ ਆਉਣਗੇ, ਜੁੜਨਗੇ। ਅਸੀਂ ਇਹ ਚਾਹੁੰਦੇ ਹਾਂ ਵੀ ਸਾਡੀ ਗੱਲ ਲੋਕ ਜੁੜ ਰਹੇ ਨੇ ਜੀ, ਲੋਕ ਜੁੜ ਰਹੇ ਨੇ। ਅੱਜ ਵੀ ਸਾਡੇ ਨਾਲ ਲੋਕੀ ਖੜੇ ਰਹੇ ਆ, ਅਸੀਂ ਜਿੱਦਾਂ ਕਹਿੰਦੇ ਰਹੇ ਉਹ ਕਰਦੇ ਰਹੇ ਆ। ਮੈਂ ਸੁਰਿੰਦਰ ਜੀ ਨੂੰ ਵੀ ਪਹਿਲਾਂ ਕਿਹਾ ਕਿ ਲੋਕ ਕਹਿੰਦੇ ਨੇ ਤਾਂ ਚੰਗੀ ਗੱਲ ਹੈ, 10 ਰੁਪਏ ਦੀ ਪਰਚੀ ਤੋਂ ਵੀ ਛੁਟਕਾਰਾ ਹੋ ਗਿਆ। ਨਹੀਂ, ਪਰ ਬਾਕੀ ਸੇਵਾਵਾਂ ਸਾਰੀਆਂ ਬੰਦ ਹੈ। ਬਾਕੀ ਸਾਡਾ ਸਾਰਾ ਬਾਈਕਾਟ ਹੈ। ਐਮਰਜੈਂਸੀ ਸਰਜਰੀਆਂ ਹੁੰਦੀਆਂ ਸੀ, ਜਿਹੜੀ ਸਰਜਰੀ ਹੁੰਦੀ ਸੀ, ਨਾਰਮਲ ਸਰਜਰੀ ਹੁੰਦੀ ਸੀ, ਬਾਹਰ ਜਿਹੜਾ 50-50 ਸਰ ਹਜ਼ਾਰ ਅਗਰ ਐਕਸੀਡੈਂਟਲ ਕੇਸ ਆ ਰਿਹਾ ਕੋਈ, ਉਹਨੂੰ ਦੇਖ ਰਹੇ ਹੋ ਕਿ ਨਹੀਂ? ਉਹ ਦੇਖ ਰਹੇ ਆ। ਉਹ ਜਿਹੜੀ ਐਮਰਜੈਂਸੀ ਆ ਰਹੀ ਉਹਨੂੰ ਅਟੈਂਡ ਕਰ ਰਹੇ ਆ। ਬਾਕੀ ਅਸੀਂ ਵਾਰਨਿੰਗ ਦਿੱਤੀ ਹੋਈ ਹੈ, ਜੇ ਅਗਲੇ ਨੈਕਸਟ ਵੀਕ ਤੱਕ ਸਾਡੀਆਂ ਨਹੀਂ ਮੰਗਾਂ ਮੰਨੀਆਂ ਗਈਆਂ ਤਾਂ ਹੋ ਸਕਦਾ ਐਮਰਜੈਂਸੀ ਵੀ ਬੰਦ ਹੋ। ਕੀ ਲੱਗਦਾ ਕਿ ਸਰਕਾਰ ਦੇ ਕੰਨ ਤੇ ਜੂੰ ਸਰਕੇਗੀ ਕਿ ਨਹੀਂ? ਕਿਉਂਕਿ ਸਰਕਾਰ ਤਾਂ ਆਪਣੇ ਰੇਡ ਕੇ ਸੋਲਵ ਕਰਨ 'ਚ ਲੱਗੀ ਹੋਈ ਹੈ। ਅਜੇ ਕੁਝ ਨਹੀਂ ਕਹਿ ਸਕਦੇ। ਸਰਕਾਰ ਤਾਂ ਪ੍ਰਾਈਵੇਟ, ਜਿਸ ਤਰ੍ਹਾਂ ਪਹਿਲਾਂ ਦੱਸਿਆ, ਪ੍ਰਾਈਵੇਟ ਕਰਨਾ ਚਾਹੁੰਦੀ ਆ। ਪ੍ਰਾਈਵੇਟ ਕਿਉਂਕਿ ਜ਼ਿਆਦਾ ਧਿਆਨ ਤਾਂ ਸਿੱਧੂ ਸਾਹਿਬ ਨੂੰ ਮਨਾਉਣ ਤੇ ਲੱਗਿਆ ਹੋਇਆ, ਡਾਕਟਰਾਂ ਨੂੰ ਮਨਾਉਣਗੇ ਉਹ। ਇਹ ਸਰਕਾਰੀ, ਇਹ ਤਾਂ ਉਹਨਾਂ ਦਾ ਪੋਲੀਟੀਕਲ ਕੰਮ ਹੈ। ਇਹਦੇ ਵਿੱਚ ਅਸੀਂ ਕੁਝ ਨਹੀਂ ਕਹਿ ਸਕਦੇ। ਸਾਨੂੰ ਤਾਂ ਆਪਣੇ ਨਾਲ ਮਤਲਬ ਹੈ। ਸਾਡਾ ਪੇ ਕਮਿਸ਼ਨ ਜਿਹੜਾ ਰਿਵਾਈਜ਼ ਕਰਕੇ ਪੇਸ਼ ਕੀਤਾ ਜਾਵੇ। ਜਿਹੜੀ ਸਾਡੀ ਮੰਗ ਹੈ NPA ਦੀ 33% ਤੇ ਸਾਡੀ ਜਿਹੜੇ ਕੋਵਿਡ ਕਾਰਨ ਅਸੀਂ ਚਾਹੁੰਦੇ ਸੀ ਵੀ ਸਾਨੂੰ ਇੰਕਰੀਮੈਂਟ ਲੱਗਣ, ਉਹ ਸਾਡਾ ਜਿਹੜੀ ਪਹਿਲੇ ਨਾਲੋਂ ਵੀ ਪੇ ਘਟ ਗਈ ਆ। ਅਸੀਂ ਚਾਹੁੰਦੇ ਵੀ 2 ਇੰਕਰੀਮੈਂਟ ਐਕਸਟਰਾ ਲੱਗਣ ਤੇ 33% ਸਾਡਾ NPA ਹੋਵੇ। ਬਹੁਤ ਸ਼ੁਕਰੀਆ ਸਰ। ਵਿਜੇ ਜੀ, ਮੈਂ ਦਿਖਾਣਾ ਨਾਲ ਦੀ ਨਾਲ, ਤੁਸੀਂ ਦਿਖਾਉਂਦੇ ਰਹੋ ਕਿ ਪਰਚੀਆਂ ਤੇ ਕਿਵੇਂ ਪੈਨ ਚੱਲੀ ਜਾ ਰਿਹਾ, ਪੈਨ ਭੱਜਦਾ ਜਾ ਰਿਹਾ ਔਰ ਆਮ ਪਬਲਿਕ ਦੀ ਮਦਦ ਕੀਤੀ ਜਾ ਰਹੀ ਹੈ। ਇੱਧਰ ਵੀ ਦਿਖਾ ਦਿੰਦੇ ਕਿ ਦਵਾਈਆਂ, ਜਿਵੇਂ ਇਹਨਾਂ ਨੇ ਕਿਹਾ ਕਿ ਦਵਾਈਆਂ ਫ੍ਰੀ 'ਚ ਦਿੱਤੀਆਂ ਜਾ ਰਹੀਆਂ ਹਨ। ਇਹ ਦਵਾਈ ਫ੍ਰੀ 'ਚ ਮਿਲ ਰਹੀ ਹੈ ਜੀ ਤੁਹਾਨੂੰ ਇੱਥੋਂ? ਕਹਿੰਦੇ ਜੀ ਹੈ ਹੀ ਨਹੀਂ ਜਿਹੜੀ ਤੁਸੀਂ ਦਵਾਈ ਲਿਖੀ ਹੋਗਾ। ਮੈਂ ਤਾਂ ਇਹ ਕਿਹਾ, ਅੱਗੇ ਮੈਂ ਉੱਧਰੋਂ ਲਿਜਾਂਦਾ ਰਿਹਾ, ਹੁਣ ਕਹਿੰਦੇ ਹੜਤਾਲ ਵਾ। ਬਸ ਆਹ ਕੁਛ। ਮਤਲਬ ਕੁਛ ਕੁ ਇੱਥੇ ਫ੍ਰੀ ਨੇ। ਇਹ ਵੈਸੇ ਇਹ ਦਵਾਈਆਂ ਫ੍ਰੀ 'ਚ ਨੇ? ਜੋ ਤਾਂ ਸਾਡੇ ਕੋਲ ਉਪਲਬਧ ਹੈ ਸਰ ਉਹ ਹੀ ਦੇਣਗੇ ਅਸੀਂ, ਬਾਕੀ ਜੋ ਹੈ ਨਹੀਂ ਉਹ ਬਾਹਰ ਮਿਲਣੀਆਂ ਜੀ। ਅੱਛਾ, ਤੋ ਹੜਤਾਲ ਦਾ ਇੰਨਾ ਕੁ ਖਾਮਿਆਜ਼ਾ ਜਦ ਭੁਗਤਣਾ ਪੈਣਾ ਜੀ। ਜਿਹੜੀਆਂ ਦਵਾਈਆਂ ਇੱਥੇ ਨੇ ਕਹਿੰਦੇ ਇਹੀ ਫ੍ਰੀ ਨੇ, ਬਾਕੀ ਬਾਹਰੋਂ ਜਿਹੜੀਆਂ ਮਿਲਣੀਆਂ ਫਿਰ ਤੁਹਾਨੂੰ ਪਤਾ ਹੈ ਕਿ ਬਾਹਰ ਤਾਂ ਪੈਸੇ ਦੇ ਕੇ ਲੈਣੀਆਂ ਪੈਣੀਆਂ। ਪਰ ਥੋਰੀ ਸਾਹਿਬ, ਇਹ ਤਾਂ ਗੱਲ ਠੀਕ ਹੈ। ਜਿਹੜੀ ਪੰਜਾਬ ਸਰਕਾਰ ਹੈ ਨਾ, ਉਹਨੇ ਸੋਚਣਾ ਚਾਹੀਦਾ ਵੀ ਇੱਕ ਸਿਹਤ ਸੇਵਾਵਾਂ ਤੇ ਸਿੱਖਿਆ ਵਿਭਾਗ, ਜੇ ਇਹੀ ਸੜਕਾਂ ਹੜਤਾਲਾਂ ਤੇ ਆ ਗਏ, ਸਾਡੇ ਦੇਸ਼ ਦਾ, ਜੇ ਸਾਡੇ ਨੌਜਵਾਨ, ਜੇ ਬਜ਼ੁਰਗ ਆ, ਉਹ ਸਾਰਿਆਂ ਦਾ ਕੀ ਸਿਸਟਮ ਦਾ ਕੀ ਬਣੂਗਾ? ਜਦੋਂ ਤੇ ਮੈਂ ਇਸ ਚੀਜ਼ ਨੂੰ ਤਾਂ ਥੋੜਾ ਪੁਆਇੰਟ ਆਊਟ ਕਰਾਂ ਕਿਉਂਕਿ ਮੇਰੇ ਸੁਣਨ 'ਚ ਹੈ ਕਿ ਡਾਕਟਰਸ ਨੇ ਇਹ ਆਪ ਪੈਸੇ ਪਾ ਕੇ ਦਵਾਈਆਂ ਇੱਥੇ ਰੱਖੀਆਂ ਨੇ, ਇਸ ਕਰਕੇ ਇਹਨਾਂ ਨੂੰ ਉਹ ਵੀ ਕਿੰਤੂ ਪਰੰਤੂ ਕਰਦੇ ਚੰਗੇ ਲੱਗਦੇ ਕਿਉਂਕਿ ਦਵਾਈਆਂ ਇਹ ਆਪ ਪੈਸੇ ਪਾ ਕੇ ਇੱਥੇ ਲੈ ਕੇ ਆਏ ਹਨ। ਡਾਕਟਰ ਉਹਨਾਂ ਦਾ ਬਹੁਤ ਸ਼ਲਾਘਾਯੋਗ, ਮੈਂ ਕਹਿੰਦਾ ਮਨੁੱਖਤਾ ਦੀ ਭਲਾਈ ਲਈ ਵੱਡਾ ਕਦਮ ਕਰ ਰਿਹਾ। ਜਿੱਥੇ ਆਪਣੀ ਲੜਾਈ ਲੜ ਰਹੇ ਆ, ਦੂਜਿਆਂ ਦੇ ਦੁੱਖ ਦੇ ਵਿੱਚ ਉਹ ਭਾਈਵਾਲ ਵੀ ਬਣ ਰਹੇ ਆ। ਮੈਂ ਕਹਿੰਦਾ ਵੀ ਉਹਨਾਂ ਦਾ ਬਹੁਤ ਵੱਡਾ ਉਪਰਾਲਾ। ਤੇ ਸਰਕਾਰ ਨੂੰ ਮੈਂ ਬੇਨਤੀ ਕਰਦਾ ਵੀ ਇਹਨਾਂ ਪੜ੍ਹੇ ਲਿਖੇ ਡਾਕਟਰਾਂ ਨੂੰ ਨਾ ਇਸ ਤਰੀਕੇ ਨਾਲ ਬਿਠਾ ਲਓ। ਇਹ ਸਰਕਾਰ ਲਈ ਨਮੋਸ਼ੀ ਦੀ ਗੱਲ ਹੈ। ਤੇ MLA ਮੰਤਰੀਆਂ ਦੀਆਂ ਲਈ ਕਦੇ ਹੜਤਾਲ ਹੋਈ, ਕਦੇ VIP ਕਲਚਰ ਲਈ? ਬਹੁਤ ਵੱਡਾ ਸਵਾਲ ਹੈ। ਕਦੀ MLA ਨੇ ਕਦੀ ਹੜਤਾਲ ਕੀਤੀ ਰਲ ਕੇ? ਜੇ ਰਲ ਕੇ ਉਹ ਕਰਨ ਲੱਪਣ ਤਾਂ ਮਸਲੇ ਕਿਉਂ ਨਾ ਹੱਲ ਹੋਣ? ਉਹਨਾਂ ਦੀਆਂ ਪੈਨਸ਼ਨਾਂ ਕਿਉਂ 5-5 ਹੋਣ ਲਈਆਂ? ਇਹ ਸਾਡੇ ਲੋਕਾਂ ਦਾ ਵੀ ਕਸੂਰ ਹੈ, ਕਿਉਂਕਿ ਲੋਕ ਉਹਨਾਂ ਦਿਨਾਂ ਦੇ ਫਿਰ ਵਿਆਹ ਸ਼ਾਦੀਆਂ ਤੇ ਭੋਗ ਤੇ ਬਹੁਤ ਸਾਦੇ ਨਾ MLA ਨੂੰ, ਉਹਨਾਂ ਨੂੰ ਕੰਮ ਤਾਂ ਕਰਨ ਨਹੀਂ ਦਿੰਦੇ। ਅੱਜ ਸਾਡੇ ਮੁੰਡੇ ਦਾ ਵਿਆਹ ਹੈ, ਅੱਜ ਸਾਡਾ ਭੋਗ ਹੈ ਬੁੜੇ ਦਾ, ਵੀ ਤੁਸੀਂ MLA ਸਾਹਿਬ ਪਹੁੰਚਣਾ। ਸਾਰਾ 5 ਸਾਲ ਤੋਂ ਇਹੀ ਕਰਦੇ ਰਹਿੰਦੇ। ਦੇਖੋ, ਇਹਨਾਂ ਦਾ ਇੱਕ ਘਰ 'ਚ ਵੜ ਗਈ ਲੋਕਾਂ ਦੀ ਚੌਧਰਪਣਾ, ਜਿਹੜਾ ਹੋਮੇ ਅੰਦਰ ਵੀ ਮੇਰੇ ਪਿੰਡ MLA ਆ ਗਿਆ, ਮੇਰੀ ਬੱਲੇ ਬੱਲੇ। MLA ਨਹੀਂ ਪਤਾ ਮੈਨੂੰ ਸੱਦ ਲਿਆ, ਬਸ ਗੱਲ ਕੁਛ ਨਹੀਂ, ਲਾਰਾ ਲੱਪਾਈ ਆ। ਤੁਸੀਂ ਹੁਣ ਇੱਥੇ ਹਸਪਤਾਲ ਆਏ ਆ, ਮੈਂ ਤਾਂ ਤੁਹਾਨੂੰ ਉੱਥੇ ਵਾਰਡ 'ਚ ਤੁਹਾਨੂੰ ਲਿਜਾਣਾ ਚਾਹੁੰਦਾ ਕਿਸੇ ਦਿਨ। ਜਾ ਚੁੱਕੇ ਨੇ, ਅਸੀਂ ਪਹਿਲਾਂ ਵੀ ਜਾ ਚੁੱਕੇ ਹਾਂ। ਚਲੋ ਉੱਥੇ ਵਿਕਾਸ ਹੋਇਆ ਕਿ ਨਹੀਂ? ਵਿਕਾਸ ਨਗਰ ਨਹੀਂ, ਬਿਲਕੁਲ ਨਹੀਂ ਜੀ। ਤੁਸੀਂ ਮੌਕਾ ਦਿਖਾ ਲਾਂਗੇ, ਨਹੀਂ ਹੋਇਆ ਜੇ। ਚਲੋ ਜੀ ਜੀ। ਤਾਂ ਇੱਧਰ ਇੱਕ ਵਾਰ ਤੁਸੀਂ ਦੇਖ ਲਓ, ਆਮ ਪਬਲਿਕ ਬੈਠੀ ਹੋਈ ਹੈ ਤੇ ਜਿਹੜੇ ਚੇਅਰਸ ਤੇ ਬਹਿਣਾ ਚਾਹੁੰਦੇ ਨੇ ਉਹ ਚੇਅਰਸ ਤੇ ਬੈਠੇ ਹੋਏ ਹਨ। ਤੇ ਨਾਲ ਦੀ ਨਾਲ ਪੇਸ਼ੈਂਟ ਨੇ ਇੱਥੇ ਆਏ ਹੋਏ, ਜਿਹੜੇ ਤਕਲੀਫ ਵਿੱਚ ਸਨ, ਉਹਨਾਂ ਨੂੰ ਬਾਹਰ OPD के थ्रू जड़ी सेवाएं मुहैया करवाई गई हैं। सर कैसा महसूस हो रहा है आपको यहाँ पर आके? देखिए, मैं अभी आके जो देख रहे हैं, मैं काफ़ी 2-4 टाइम पोस्ट कोविड के बाद मैं आया हूँ, तो सारे लोग यहाँ पे प्रोटेस्ट तो चल रहा है, लेकिन प्रोटेस्ट चलते हुए भी सारे लोग जो भी यहाँ पे पेशेंट वगैरह आ रहे हैं उनका प्रॉपर केयरिंग कर रहे हैं, प्रॉपर ट्रीटमेंट हो रहा है और उनको मेडिसिन भी उपलब्ध किया जा रहा है। तो ये एक अच्छा तरीका है। मतलब उन लोग तो
अपने प्रोटेस्ट करने का आप जो अपनी मेडिसिन के लिए थे कि अपने फैमिली के साथ आए थे? जी मैं अपने मामी के साथ आए थे, अपने मामी को भी दिखाने के लिए, खुद को भी दिखाने के लिए। तो इन्होंने चेकआउट किया, फिर अच्छी तरीके से चेक किया, चेकअप किया? बिल्कुल बिल्कुल, हर तरह का, मतलब ऐसा नहीं कि प्रोटेस्ट चल रहा है तो बिल्कुल क्योंकि जब आप आए ना मेरे पास तो मुझे लगा कि शायद कोई कंप्लेंट लेके आए हो, लेकिन आपके भाव कुछ और निकले। नहीं, बिल्कुल नहीं, ऐसा नहीं, क्योंकि सारे लोग देख रहे हैं कि पेशेंट को भी प्रॉपर गाइड से प्रॉपर केयरली देख अपनी रहे हैं। लड़ाई के साथ साथ आपकी भी लड़ाई लड़ रहे हैं। सबको बिल्कुल बिल्कुल, इसके लिए बहुत बहुत धन्यवाद इन लोगों को। ਬਹੁਤ ਸ਼ੁਕਰੀਆ। ਤੁਸੀਂ ਦੇਖਿਆ ਕਿ ਇਹ ਆਪਣੀ ਲੜਾਈ ਤਾਂ ਲੜ ਵੀ ਰਹੇ ਨੇ, ਲੇਕਿਨ ਨਾਲ ਦੀ ਨਾਲ ਬਿਮਾਰੀਆਂ ਨਾਲ ਵੀ ਲੜਾਈ ਜਾਰੀ ਹੈ ਔਰ ਸੰਘਰਸ਼ ਜਾਰੀ ਹੈ। ਪਰ ਫਿਰ ਤੋਂ ਕਹਿਣਾ ਚਾਹਾਂਗਾ ਕਿ ਇਹਨਾਂ ਨੇ ਸਾਡੀ ਅਪੀਲ ਸੁਣੀ, ਅਸੀਂ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ, ਕਿਉਂਕਿ ਜਿਹੜੇ ਲਾਚਾਰ ਨੇ, ਜਿਹੜੇ ਲੋਕ ਮਜਬੂਰ ਨੇ, ਜਿਹੜੇ ਲੋਕ ਗਰੀਬ ਗੁਰਬੇ ਨੇ, ਜਿਹੜੇ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਨਹੀਂ ਕਰਵਾ ਸਕਦੇ, ਉਹ ਕਿੱਥੇ ਜਾਂਦੇ, ਦਰ ਦੀਆਂ ਠੋਕਰਾਂ ਖਾਂਦੇ। ਇਸ ਕਰਕੇ ਇਹਨਾਂ ਨੇ ਗੁਹਾਰ ਸੁਣੀ ਹੈ ਤਾਂ ਸ਼ੁਕਰੀਆ ਕਰਦੇ ਹਾਂ ਔਰ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਹਾਨੂੰ ਅਗਰ 33% ਜਾਇਜ਼ ਨਹੀਂ ਲੱਗਦਾ ਤਾਂ 25 ਨੂੰ ਕਿਉਂ ਘਟਾਤਾ, ਉਹਦਾ ਜਵਾਬ ਤਾਂ ਦੇ ਦਿਓ। ਕਿਉਂਕਿ ਹਰ ਰੋਜ਼ ਹਰ ਜਗ੍ਹਾ ਤੇ ਨਿੱਕ ਐਂਡ ਕਰੋਨੀ ਤੇ ਹਰ ਜਗ੍ਹਾ ਤੁਸੀਂ ਦੇਖੋਗੇ ਧਰਨੇ ਲੱਗ ਰਹੇ ਨੇ। ਇੰਨੇ ਲੋਕ ਨਾਖੁਸ਼ ਕਿਉਂ ਹਨ? ਕਦੀ ਬੈਠ ਕੇ ਇਸ ਚੀਜ਼ ਦਾ ਨੂੰ ਆਬਜ਼ਰਵ ਕਰੋ, ਇਸ ਤੇ ਸਲਾਹ ਮਸ਼ਵਰੇ ਕਰੋ, ਵਿਚਾਰ ਕਰੋ, ਜਾਣਨ ਦੀ ਕੋਸ਼ਿਸ਼ ਕਰੋ ਕਿ ਲੋਕਾਂ ਦੇ ਦਿਲ ਵਿੱਚ ਇੰਨਾ ਦਰਦ ਕਿਉਂ ਹੈ, ਲੋਕ ਇੰਨਾ ਵਿਰੋਧ ਕਿਉਂ ਕਰ ਰਹੇ ਨੇ, ਤਾਂ ਸ਼ਾਇਦ ਸਿਚੁਏਸ਼ਨ ਠੀਕ ਹੋ ਜਾਵੇ। ਔਰ ਪੇ ਕਮਿਸ਼ਨ ਨੂੰ ਲੈ ਕੇ ਜਿਵੇਂ ਇਹਨਾਂ ਨੇ ਕਿਹਾ ਕਿ 3 ਦਿਨ OPD ਇਸੇ ਤਰ੍ਹਾਂ ਬਾਹਰ ਚੱਲਦੀ ਰਹੇਗੀ, ਤਾਂ ਅਗਲੇ 2 ਦਿਨ ਵੀ ਜਿਹੜੇ ਪੇਸ਼ੈਂਟ ਨੇ ਇੱਥੇ ਪਹੁੰਚ ਕੇ ਆਪਣਾ ਇਲਾਜ ਲਈ ਜਿਹੜਾ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ। ਤੁਸੀਂ ਬਣੇ ਰਹਿਣਾ ਵਿਵਤੀ ਨਵਾਂ ਚੈਨਲ, ਆਪਣੇ ਛੋਟੇ ਵੀ ਦਿਨੇਸ਼ਵਰੀ, ਕੈਮਰਾ ਪਰਸਨ ਵਿਜੇ, ਤੁਹਾਨੂੰ ਇਜਾਜ਼ਤ ਦਿਓ। ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ, ਰੱਬ ਰੱਖਾ।